ਸਿਆਣਿਆਂ ਕਿਹਾ ਬੰਦੇ ਦੀ ਜ਼ੁਬਾਨ ਇੱਕ ਦੁਕਾਨ ਦੇ ਜਿੰਦਰੇ ਵਾਂਗੂ ਹੈ ਤੇ ਜਿੰਦਰਾ ਖੁੱਲਣ ਤੇ ਹੀ ਪਤਾ ਲੱਗਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾਂ ਪਿੱਤਲ ਦੀ। ਦੇਖਣ ਵਿੱਚ ਜ਼ਿਆਦਾ ਫਰਕ ਨਹੀਂ ਜੇ ਹੁੰਦਾ, ਪਰ ਹਾਂ ਸਮਾਂ ਪਾ ਕੇ ਇਹ ਫਰਕ ਦਿਖਣ ਜ਼ਰੂਰ ਲੱਗ ਜਾਂਦਾ ਹੈ। ਬਹੁਤਾਤ ਵਿੱਚ ਲੋਕੀ ਆਪਣੀ ਪਿੱਤਲ ਦੀ ਦੁਕਾਨ ਨੂੰ ਸੋਨੇ ਦੀ ਹੀ ਕਹਿੰਦੇ ਨੇ, ਪਰ ਪਤਾ ਚੱਲ ਹੀ ਜਾਂਦਾ ਜਦ ਉਹ ਸਮਾਂ ਪਾ ਆਪਣੇ ਮਿੱਠੇ ਬੋਲ ਭੁੱਲ ਮਾੜਾ ਬੋਲਣ ਲੱਗ ਪੈਂਦੇ ਨੇ। ਹੁਣ ਸੋਚਣ ਵਾਲੀ ਗੱਲ ਇਹੀ ਕਿ ਇਹ ਮਨ ਰੂਪੀ ਦੁਕਾਨ ਸਾਡੀ ਆਪਣੀ ਹੈ ਤੇ ਚੁਣਨ ਦਾ ਫੈਸਲਾ ਵੀ ਸਾਡਾ ਆਪਣਾ ਹੀ ਹੈ ਕਿ ਸੌਦਾ ਸੋਨੇ ਦਾ ਕਰਨਾ ਹੈ ਜਾਂ ਪਿੱਤਲ ਦਾ। ਦੇਖੋ, ਕੋੜਾ ਬੋਲ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਓ, ਸਗੋਂ ਮਿੱਠ ਬੋਲੜੇ ਬਣ ਆਪਣੇ ਮਨ ਰੂਪੀ ਦੁਕਾਨ ਨੂੰ ਸੋਨੇ ਦੀ ਬਣਾਓ। ਨਾਲੇ ਗੱਲ ਯਾਦ ਰੱਖਿਓ, ਇੱਕ ਕੋੜਾ ਬੋਲਣ ਵਾਲੇ ਦੇ ਨੇੜੇ ਕੋਈ ਨਹੀਂ ਜੇ ਲੱਗਦਾ ਤੇ ਮਿੱਠਾ ਬੋਲਣ ਵਾਲੇ ਦੀ ਸਿਫਤ ਹਰ ਕੋਈ ਕਰਦਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸਾਇੰਸ ਕਨਸੈਪਟ ਕਲਾਸਿਸ 2.0 ਕਲਾਸ 11th ਬਿਜ਼ਨਸ ਸਟੱਡੀਜ਼। ਪੰਜਾਬ ਬੋਰਡ ਵਾਲਿਆਂ ਵਾਸਤੇ, CBSE ਵਾਲਿਆਂ ਵਾਸਤੇ, ਦੋਹਾਂ ਵਾਸਤੇ ਸਿਲੇਬਸ ਸੇਮ ਹੈ। ਮੈਂ ਹੁਣੇ ਗੌਰ ਕਰ ਰਿਹਾ ਸੀਗਾ ਤੇ ਕੁਛ ਫਰਕ ਨਹੀਂ ਹੈਗਾ, ਸੱਚੀ ਦੱਸਾਂ। ਹਾਂ, ਬਟ ਇਹ ਕੰਮ ਜ਼ਰੂਰ ਹੋ ਸਕਦਾ ਹੈ ਅਲੱਗ-ਅਲੱਗ ਰਾਈਟਰਸ ਆਪਣੀ ਆਪਣੀ ਬੁੱਕ ਦੇ ਵਿੱਚ ਕੁਛ ਘੱਟ ਕੁਝ ਵੱਧ ਇਹ ਕੰਮ ਕਰਦੇ ਰਹਿੰਦੇ ਨੇ, ਬਟ ਮੇਨਲੀ ਸਿਲੇਬਸ ਤੁਹਾਡਾ ਸੇਮ ਹੈ। ਚੈਪਟਰ 1 ਜਿਹੜਾ ਹੈ, ਸ਼ੁਰੂਆਤ ਹੁੰਦੀ ਹੈ ਐਵੋਲਿਊਸ਼ਨ ਐਂਡ ਫੰਡਾਮੈਂਟਲਸ ਆਫ ਬਿਜ਼ਨਸ ਤੋਂ। ਕਿਸੇ ਕਿਸੇ ਬੁੱਕ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ ਹੈ ਹਿਸਟਰੀ ਐਂਡ ਨੇਚਰ ਆਫ ਬਿਜ਼ਨਸ। ਤੇ ਗੱਲ ਕੀ ਹੈ ਇਸ ਚੈਪਟਰ ਦੇ ਵਿੱਚ, ਬਸ ਤੁਸੀਂ ਉਹ ਸਮਝਣਾ ਹੈ। ਸ਼ੁਰੂਆਤ ਹੁੰਦੀ ਹੈ ਹਿਸਟਰੀ ਤੋਂ। ਚੈਪਟਰ ਦੇ ਦੋ ਹੀ ਹਿੱਸੇ ਨੇ। ਇੱਕ ਇਹਦੇ ਵਿੱਚ ਆਪਾਂ ਪੜ੍ਹਾਂਗੇ ਵੀ ਪੁਰਾਣਾ ਟਾਈਮ ਕਿਹੋ ਜਿਹਾ ਸੀ ਆਪਣੇ ਇੰਡੀਆ ਦਾ ਬਿਜ਼ਨਸ ਦੇ ਵਿੱਚ, ਤੇ ਦੂਸਰਾ ਹਿੱਸਾ ਪੜ੍ਹਾਂਗੇ ਕਿ ਬਿਜ਼ਨਸ ਹੁੰਦਾ ਕੀ ਹੈ ਅਸਲ 'ਚ, ਥੋੜ੍ਹੀ ਜਿਹੀ ਡੀਪ ਨੌਲੇਜ ਬਿਜ਼ਨਸ ਬਾਰੇ। ਤਾਂ ਸ਼ੁਰੂਆਤ ਕਰਦੇ ਹਾਂ ਪਹਿਲਾਂ ਹਿਸਟਰੀ ਤੋਂ। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਆ ਹਿਸਟਰੀ ਬਾਰੇ ਮਾੜਾ ਮੋਟਾ ਕਵਰ ਕਰਾਂਗੇ, ਗੌਰ ਕਰਿਓ। ਸਭ ਤੋਂ ਪਹਿਲੀ ਗੱਲ, ਹਿਸਟਰੀ ਆਫ ਟ੍ਰੇਡ ਐਂਡ ਕਾਮਰਸ। ਇੱਕ ਚੀਜ਼ ਦੱਸਦਾ, ਕੋਈ ਟਾਈਮ ਸੀਗਾ ਜਦੋਂ ਪੂਰੀ ਦੁਨੀਆ ਦਾ 30 to 35% ਵੈਲਥ, ਧਨ ਇੰਡੀਆ ਕੋਲ ਸੀ। ਆਪਾਂ ਇੰਨੇ ਅਮੀਰ ਸੀਗੇ, ਸੋਚ ਕੇ ਦੇਖੋ। ਤੇ ਉਸ ਟਾਈਮ ਆਪਣੀ ਧਰਤੀ ਨੂੰ ਸਵਰਨ ਭੂਮੀ ਕਹਿੰਦੇ ਸੀਗੇ। ਲਾਲੋ ਸਾਹਿਬ ਕਹਿੰਦੇ ਸੀਗੇ ਵੀ ਸੋਨੇ ਦੀ ਧਰਤੀ ਹੈ ਇਹ, ਇਸੇ ਕਰਕੇ ਆਪਣੇ ਤਾਂ ਇੰਨੇ ਹੱਲੇ ਹੁੰਦੇ ਸੀਗੇ। ਚਲੋ, ਪੁਰਾਣਾ ਟਾਈਮ, ਹਿਸਟਰੀ ਆਫ ਟ੍ਰੇਡ ਐਂਡ ਕਾਮਰਸ। ਦੋ ਗੱਲਾਂ ਸਮਝਣ ਵਾਲੀਆਂ ਨੇ। ਰੂਟ ਸੀਗੇ, ਆਪਣੀ ਇਕੋਨਮੀ ਮੇਨ ਇਸੇ ਉੱਤੇ ਸੀਗੀ ਖੜੀ ਹੋਈ। ਆਪਣਾ ਟ੍ਰੇਡ ਬੜਾ ਅੱਛਾ ਲੈਵਲ ਦਾ ਸੀਗਾ, ਬਹੁਤ ਵਧੀਆ ਲੈਵਲ ਦਾ। ਆਪਾਂ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਹੁੰਦਾ ਨਾ, ਬਹੁਤ ਤਗੜੇ ਲੈਵਲ ਦਾ ਕਰਦੇ ਸੀਗੇ। ਕਾਰਨ ਆਪਣੇ ਕੋਲ ਰਿਸੋਰਸਿਸ ਵੀ ਬਹੁਤ ਸੀਗੇ ਉਸ ਟਾਈਮ। ਬਹੁਤ ਸਾਰਾ ਕੁਝ ਸੀਗਾ ਜੋ ਇੱਥੋਂ ਇੰਡੀਆ ਤੋਂ ਬਾਹਰ ਜਾਂਦਾ ਸੀਗਾ ਤੇ ਬਾਹਰ ਵਧੀਆ ਵਿਕਦਾ ਸੀਗਾ। ਦੋ ਰੂਟ ਰਸਤੇ, ਸਿਲਕ ਰੂਟ, ਸਪਾਈਸ ਰੂਟ ਮਸ਼ਹੂਰ ਨੇ। ਇਸ ਦੇ ਵਿੱਚ ਜਿਹੜਾ ਸੜਕਾਂ ਦਾ ਰਸਤਾ ਸੀਗਾ, ਸੜਕਾਂ ਦਾ ਰਸਤਾ ਮਤਲਬ ਤੁਹਾਨੂੰ ਪਤਾ ਹੈ ਇੰਡੀਆ ਦਾ ਨਕਸ਼ਾ ਕੁਝ ਇੱਦਾਂ ਦਾ, ਉੱਪਰਲੇ ਪਾਸੇ ਹਿਮਾਲਿਆਜ਼ ਨੇ, ਠੀਕ ਹੈ, ਇੱਧਰੋਂ ਉੱਧਰੋਂ ਜਿਹੜਾ ਸਾਰਾ ਹਿਸਾਬ ਕਿਤਾਬ ਹੈ, ਸੜਕਾਂ ਦੇ ਥਰੂ ਜਿਹੜਾ ਰਸਤਾ ਆਪਣਾ ਜੁੜਦਾ ਸੀਗਾ ਬਾਕੀ ਕੰਟਰੀਜ਼ ਦੇ ਨਾਲ, ਉਸਨੂੰ ਸਿਲਕ ਰੂਟ ਬੋਲਦੇ ਸੀਗੇ। ਸੜਕਾਂ ਦੁਆਰਾ ਜਿਹੜਾ ਨੈਟਵਰਕ ਬਣਿਆ ਹੋਇਆ ਸੀਗਾ। ਬਾਕੀ ਨੀਚੇ ਤੁਹਾਨੂੰ ਪਤਾ ਆਪਣੇ ਸਮੁੰਦਰ ਦਾ ਸਾਰਾ ਸਾਰਾ। ਆਪਣੀ ਜਿਹੜੀਆਂ ਈਸਟਰਨ ਕੰਟਰੀਜ਼ ਜਾਂ ਇੱਧਰ ਵੈਸਟਰਨ ਕੰਟਰੀਜ਼, ਦੋਨਾਂ ਪਾਸੋਂ ਜਿਹੜੇ ਹੈਗੇ ਨੇ, ਉਹ ਵੈਸਟਰਨ ਇੱਧਰ, ਈਸਟਰਨ ਇੱਧਰ, ਸੌਰੀ, ਦੋਨਾਂ ਪਾਸੋਂ ਜਿਹੜੀ ਕਨੈਕਟੀਵਿਟੀ ਸੀਗੀ ਉਹ ਸਮੁੰਦਰ ਦੇ ਰਸਤੇ ਤੋਂ ਸੀਗੀ। ਮੈਰੀ ਟਾਈਮ ਰੂਟਸ ਬੋਲਦੇ ਸੀਗੇ, ਜਿਹਨੂੰ ਮਸ਼ਹੂਰ ਸੀਗਾ ਨਾਮ ਸਪਾਈਸ ਰੂਟ। ਤੇ ਸਪਾਈਸ ਰੂਟ ਕਿਉਂ? ਇੰਡੀਆ ਦੇ ਮਸਾਲੇ ਹੁਣ ਵੀ ਮਸ਼ਹੂਰ ਨੇ ਤੇ ਪਹਿਲਾਂ ਤਾਂ ਬਹੁਤ ਨਜਾਇਜ਼ ਲੈਵਲ 'ਤੇ ਮਸ਼ਹੂਰ ਸੀਗੇ। ਇਹ ਵੀ ਸੁਣਨ 'ਚ ਆਉਂਦਾ ਹੈ ਜਿਹੜਾ ਉਹ ਜਿਹਨੇ ਅਮਰੀਕਾ ਦੀ ਖੋਜ ਕੀਤੀ ਸੀਗੀ, ਕੀ ਸੀਗਾ, ਕੋਲੰਬਸ ਸੀਗਾ ਸ਼ਾਇਦ, ਹਾਂ, ਉਹ ਬੰਦਾ ਅਸਲ 'ਚ ਇੰਡੀਆ ਲੱਭਣ ਗਿਆ ਸੀਗਾ। ਉਹ ਲੱਭਣ ਗਿਆ ਸੀਗਾ ਇੰਡੀਆ ਤੋਂ ਮਸਾਲੇ ਦਾ ਵਪਾਰ ਕਰਨ ਗਿਆ ਸੀ ਮੇਨਲੀ। ਉਹ ਇੱਕ ਸ਼ਾਰਟਕਟ ਰਸਤਾ ਲੱਭ ਰਿਹਾ ਸੀਗਾ ਇੰਡੀਆ ਤੱਕ ਜਾਣ ਵਾਸਤੇ। ਰਾਹ 'ਚ ਲੱਭ ਗਿਆ ਅਮਰੀਕਾ ਤੇ ਬਸ ਫਿਰ ਗੱਲਾਂ ਹੋ ਗਈਆਂ, ਅਮਰੀਕਾ ਲੱਭ ਗਿਆ ਆਹ ਚੀਜ਼ ਹੋਈ ਸੀਗੀ। ਚਲੋ, ਆਪਣੇ ਆ ਦੋ ਰੂਟ ਬੜੇ ਮਸ਼ਹੂਰ ਸੀਗੇ, ਇੱਕ ਸਿਲਕ ਰੂਟ ਹੈ, ਇੱਕ ਸਪਾਈਸ ਰੂਟ ਹੈ। ਸਿਲਕ ਰੂਟ ਸੜਕਾਂ ਦੇ ਰਸਤੇ ਨੂੰ ਬੋਲਦੇ ਸੀਗੇ, ਸਪਾਈਸ ਰੂਟ ਸਮੁੰਦਰੀ ਰਸਤੇ ਨੂੰ ਬੋਲਦੇ ਸੀਗੇ। ਦੋਨਾਂ ਰਸਤਿਆਂ ਤੋਂ ਆਪਣਾ ਟ੍ਰੇਡ ਬੜਾ ਅੱਛੇ ਲੈਵਲ ਦਾ ਹੁੰਦਾ ਸੀਗਾ, ਬਹੁਤ ਵਧੀਆ ਲੈਵਲ ਦਾ। ਬੈਂਕਾਂ ਬਾਰੇ ਗੱਲ ਕਰੀਏ,
ਉਸ ਟਾਈਮ ਬੈਂਕ ਨਹੀਂ ਸੀ ਹੁੰਦੇ, ਪਰ ਫਿਰ ਵੀ ਕੁਝ ਬੰਦੇ ਸੀਗੇ ਜਿਹੜੇ ਕਿ ਬੈਂਕਿੰਗ ਸਿਸਟਮ ਨੂੰ ਚਲਾ ਰਹੇ ਸੀਗੇ। ਉਹਨੂੰ ਬੋਲਦੇ ਸੀ ਜਗਤ ਸੇਠ ਜਾਂ ਨਗਰ ਸੇਠ। ਬੇਸਿਕਲੀ ਉਹ ਏਰੀਆ ਦੇ ਸੇਠ ਜਿਹੇ ਹੁੰਦੇ ਸੀਗੇ, ਕੁਝ ਧਨਾੜ ਜਿਹੇ ਬੰਦੇ ਜਿਨ੍ਹਾਂ ਕੋਲ ਪੈਸਾ ਬਹੁਤ ਹੁੰਦਾ ਸੀ ਅਤੇ ਉਹ ਲੋਕਾਂ ਨੂੰ ਪੈਸਾ ਮਤਲਬ ਲੈ ਲੈਂਦੇ ਸੀ, ਉਹਨਾਂ ਤੋਂ ਦੇ ਦਿੰਦੇ ਸੀ ਉਹਨਾਂ ਨੂੰ। ਬੈਂਕਿੰਗ ਸਿਸਟਮ ਵਾਂਗੂ ਕੰਮ ਕਰਦੇ ਸੀਗੇ। ਜਿਵੇਂ ਬੈਂਕ ਕੰਮ ਕਰਦਾ ਨਾ, ਲੋੜ 'ਤੇ ਆਪਾਂ ਨੂੰ ਪੈਸੇ ਦੇ ਵੀ ਦਿੰਦਾ ਅਤੇ ਆਪਾਂ ਉਹਨਾਂ ਕੋਲ ਪੈਸੇ ਡਿਪੋਜ਼ਿਟ ਵੀ ਕਰਾ ਲੈਂਦੇ ਹਾਂ। ਉਸ ਟਾਈਮ ਵੀ ਇਸ ਤਰੀਕੇ ਦਾ ਕੁਝ ਸਿਸਟਮ ਇਵੋਲਵ ਹੋ ਹੀ ਗਿਆ ਸੀਗਾ। ਕੁਝ ਚੀਜ਼ਾਂ ਬੜੀਆਂ ਮਸ਼ਹੂਰ ਨੇ ਉਸ ਟਾਈਮ ਦੀਆਂ, ਮਾੜਾ ਜਿਹਾ ਸਮਝਿਓ। ਮੈਟਲ ਕੋਇਨਸ ਉਸ ਟਾਈਮ ਚੱਲਣ ਲੱਗ ਗਏ ਸੀਗੇ ਐਕਸਚੇਂਜ ਵਾਸਤੇ, ਸਮਾਨ ਖਰੀਦਣ ਵਾਸਤੇ ਸਿੱਕੇ ਚੱਲ ਪਏ ਸੀਗੇ। ਦੂਜੀ ਗੱਲ, ਅਗਰ ਸਮਾਨ ਉਧਾਰ 'ਤੇ ਲੈਣਾ ਜਾਂ ਕੰਟਰੈਕਚੁਅਲ ਪੇਮੈਂਟਸ ਨੇ, ਜਿਵੇਂ ਅੱਜ ਕੱਲ੍ਹ ਚੈੱਕ ਚੱਲਦੇ ਨੇ, ਬਿੱਲ ਆਫ ਐਕਸਚੇਂਜ ਚੱਲਦੇ ਨੇ, ਸੇਮ ਟੂ ਸੇਮ ਉਸੇ ਤਰੀਕੇ ਦੇ ਡਾਕੂਮੈਂਟਸ ਹੁੰਦੇ ਸੀਗੇ ਜਿਨ੍ਹਾਂ ਨੂੰ ਬੋਲਦੇ ਸੀ ਹੁੰਡੀਜ਼ ਅਤੇ ਚਿੱਟੀਜ਼। ਅਜੀਬ ਜਿਹੇ ਨਾਮ ਨੇ, ਬਟ ਇਹਨਾਂ ਦੀ ਨਹੀਂ ਟੈਨਸ਼ਨ ਨਾ ਲੈਣਾ, ਕੋਈ ਬਹੁਤੀ ਡਿਟੇਲ ਨਹੀਂ ਪੁੱਛਣ ਲੱਗਿਆ, ਸਿੱਧਾ ਜਿਹਾ ਮੈਂ ਮਤਲਬ ਦੱਸਦਾ ਇਸ ਚੀਜ਼ ਦਾ। ਡਾਕੂਮੈਂਟਸ ਹੁੰਦੇ ਨੇ, ਕੁਛ ਕੰਡੀਸ਼ਨਲ ਹੁੰਦੇ ਨੇ, ਕੁਛ ਅਨਕੰਡੀਸ਼ਨਲ ਆਰਡਰ ਦੇ ਹਿਸਾਬ ਨਾਲ ਹੁੰਦੇ ਨੇ। ਗੱਲ ਇਹ ਹੈ ਜਿਵੇਂ ਅੱਜ ਕੱਲ੍ਹ ਚੈੱਕ ਨੇ, ਉਸੇ ਤਰੀਕੇ ਦੇ ਇਹ ਡਾਕੂਮੈਂਟਸ ਨੇ। ਅਗਲੀ ਗੱਲ ਕਰੀਏ ਡਿਪੋਜ਼ਿਟਸ ਦੀ, ਸੇਵਿੰਗਸ ਦੀ। ਲੋਕ ਆਪਣੇ ਪ੍ਰੀਸ਼ੀਅਸ ਮੈਟਲਸ, ਸੋਨਾ ਚਾਂਦੀ ਵਗੈਰਾ ਡਿਪੋਜ਼ਿਟ ਕਰਾਉਣ ਲੱਗ ਗਏ ਸੀਗੇ। ਸੇਵਿੰਗਸ ਦੀ ਆਦਤ ਉਸ ਟਾਈਮ ਪੈ ਗਈ ਸੀ ਲੋਕਾਂ ਨੂੰ, ਇਨਵੈਸਟਮੈਂਟ ਵੀ ਕਰਨੀ ਸਿੱਖ ਲਈ ਸੀ ਲੋਕਾਂ ਨੇ, ਅਤੇ ਲੈਂਡਿੰਗ ਸਿਸਟਮ ਚੱਲ ਪਿਆ ਸੀਗਾ। ਕਿਉਂ? ਜਿਹੜੇ ਆ ਸੇਠ ਸੀਗੇ, ਨਗਰ ਸੇਠ ਵਗੈਰਾ, ਧਨਾੜ ਬੰਦੇ, ਇਹ ਅਕਸਰ ਛੋਟੇ ਵਪਾਰੀਆਂ ਨੂੰ, ਕਿਸਾਨਾਂ ਨੂੰ ਉਧਾਰ 'ਤੇ ਪੈਸਾ ਦੇ ਦਿੰਦੇ ਸੀਗੇ। ਇੰਟਰਸਟ ਵਧੀਆ ਫਿਰ ਚਾਰਜ ਕਰਦੇ ਸੀਗੇ, ਪਰ ਚਲੋ ਇੰਨਾ ਕੁ ਤਾਂ ਸੁੱਖ ਵਾਲੀ ਗੱਲ ਕਹੋ ਕਿ ਉਧਾਰ 'ਤੇ ਪੈਸਾ ਦੇ ਦਿੰਦੇ ਸੀ ਲੋਕਾਂ ਨੂੰ। ਠੀਕ, ਹੁੰਡੀਜ਼ ਬਾਰੇ ਗੱਲ ਕਰੀਏ, ਦਰਸ਼ਨੀ ਅਤੇ ਮੁੱਦਤੀ ਕੀ ਚੱਕਰ ਸੀਗਾ? ਹੁੰਡੀਜ਼ ਡਾਕੂਮੈਂਟ ਸੀਗੇ ਉਧਾਰ 'ਤੇ ਸਮਾਨ ਖਰੀਦਣ ਵਾਸਤੇ, ਉਧਾਰ 'ਤੇ ਸਮਾਨ ਵੇਚਣ ਵਾਸਤੇ, ਜਾਂ ਕੰਟਰੈਕਚੁਅਲ ਪੇਮੈਂਟਸ ਵਾਸਤੇ। ਜਿਵੇਂ ਅੱਜ ਕੱਲ੍ਹ ਚੈੱਕ ਨਹੀਂ ਯੂਜ਼ ਹੁੰਦੇ, ਕਾਫੀ ਹੱਦ ਤੱਕ ਉਦੋਂ ਦਾ ਹੀ ਸਿਸਟਮ ਸੀਗਾ। ਦਰਸ਼ਨੀ ਅਤੇ ਮੁੱਦਤੀ, ਇਹ ਦੋ ਟਾਈਪਸ ਸੀਗੀਆਂ। ਦਰਸ਼ਨੀ ਦਾ ਮਤਲਬ ਹੈ ਐਟ ਏ ਟਾਈਮ ਪੇਮੈਂਟ, ਜਦੋਂ ਵੀ ਮਤਲਬ ਦਿਖਾਇਆ ਗਿਆ ਨਾਲ ਦੀ ਨਾਲ ਪੇਮੈਂਟ ਹੋ ਜਾਏਗੀ। ਜਿਵੇਂ ਕਿ ਅੱਜ ਕੱਲ੍ਹ ਚੈੱਕ ਨੇ, ਸਪੋਜ਼ ਕਰੋ ਮੈਨੂੰ ਮੇਰੇ ਦੋਸਤ ਨੇ ਚੈੱਕ ਦਿੱਤਾ, 10,000 ਰੁਪਏ ਦਾ ਚੈੱਕ ਦਿੱਤਾ। ਹੁਣ ਜਦੋਂ ਵੀ ਮੈਂ ਉਹ ਚੈੱਕ ਨੂੰ ਬੈਂਕ 'ਚ ਲੈ ਕੇ ਜਾਊਂਗਾ, ਮੈਂ ਨਾਲ ਦੀ ਨਾਲ ਕੈਸ਼ ਕਰਾ ਲੂੰਗਾ। ਉਸ ਚੈੱਕ ਦੇ ਉੱਤੇ ਕੋਈ ਫਿਕਸਡ ਪੀਰੀਅਡ ਵਾਲੀ ਗੱਲ ਨਹੀਂ ਹੈ ਕਿ 10 ਦਿਨਾਂ ਬਾਅਦ ਜਾਂ 15 ਦਿਨਾਂ ਬਾਅਦ ਹੀ ਮੈਨੂੰ ਪੇਮੈਂਟ ਮਿਲੇਗੀ। ਉਹ ਚੈੱਕ ਜਿਵੇਂ ਦਰਸ਼ਨੀ ਹੁੰਦੀ ਸੀਗੀ। ਮੁੱਦਤੀ ਹੁੰਦੀ ਸੀਗੀ ਜਦੋਂ ਮੁੱਦਤ, ਆਪਾਂ ਕਹਿੰਦੇ ਮੁੱਦਤ ਹੋ ਗਈ ਮਿਲਿਆ ਨੂੰ। ਮੁੱਦਤ ਮਤਲਬ ਇੱਕ ਫਿਕਸਡ ਪੀਰੀਅਡ, ਟਾਈਮ ਕਾਫੀ ਨਿਕਲ ਜਾਣਾ। ਜਦੋਂ ਉਹ ਪੇਮੈਂਟ ਡਾਕੂਮੈਂਟ ਦੇ ਅਕੋਰਡਿੰਗ ਕੁਝ ਫਿਕਸਡ ਪੀਰੀਅਡ ਬਾਅਦ ਹੀ ਮਿਲ ਸਕਦੀ ਹੋਵੇ, ਨਾਲ ਦੀ ਨਾਲ ਨਾ ਮਿਲਦੀ ਹੋਵੇ, ਕੁਝ ਮੁੱਦਤ ਟਪਾ ਕੇ, ਕੁਝ ਟਾਈਮ ਲੰਘਾ ਕੇ, ਉਹਨੂੰ ਮੁੱਦਤੀ ਹੁੰਡੀ ਬੋਲਦੇ ਸੀਗੇ। ਇਹ 'ਚ ਮਾੜੀ ਮੋਟੀ ਗੱਲਾਂ ਦੱਸ ਦੇਵਾਂ, 4 ਨੇ: ਧਨੀਯੋਗ, ਸ਼ਾਹਯੋਗ, ਫਰਮਾਨਯੋਗ ਅਤੇ ਦੇਖਣਹਾਰ। ਧਨੀਯੋਗ ਹੁੰਡੀ ਇਹ ਹੋਏਗਾ ਕਿ ਜਿਹਦੇ ਹੱਥ ਦੇ ਵਿੱਚ ਹੁੰਡੀ ਹੈਗੀ ਹੈ ਉਸ ਨੂੰ ਪੇਮੈਂਟ ਮਿਲ ਜਾਏਗੀ। ਸ਼ਾਹਯੋਗ, ਜਿਸ ਦਾ ਇੱਕ ਰਿਸਪੈਕਟਿਵ ਨਾਮ ਲਿਖਿਆ ਪਿਆ, ਜਿਸ ਦਾ ਨਾਮ ਲਿਖਿਆ ਪਿਆ ਸਪੈਸ਼ਲੀ ਉਸ ਨੂੰ ਹੀ ਮਿਲੇਗੀ, ਦੂਸਰੇ ਬੰਦੇ ਨੂੰ ਨਹੀਂ ਮਿਲੇਗੀ। ਅੱਜ ਕੱਲ੍ਹ ਚੈੱਕ ਦਾ ਵੀ ਕੁਝ ਤੁਸੀਂ ਸ਼ਾਇਦ ਸਿਸਟਮ ਦੇਖਿਆ ਹੋਏਗਾ। ਜਦੋਂ ਮੈਨੂੰ ਚੈੱਕ ਮੇਰੇ ਦੋਸਤ ਨੇ ਇਸ਼ੂ ਕੀਤਾ, ਉਹਨੇ ਮੈਨੂੰ ਚੈੱਕ ਕੱਟ ਕੇ ਦਿੱਤਾ, ਉਸ ਨੇ ਚੈੱਕ ਦੇ ਉੱਤੇ ਮੇਰਾ ਨਾਮ ਲਿਖਿਆ ਕਿਉਂਕਿ ਉਹ ਚੈੱਕ ਮੈਨੂੰ ਦੇ ਰਿਹਾ ਓਬਵੀਅਸਲੀ। ਹੁਣ ਉਹ ਚੈੱਕ ਜਦੋਂ ਮੈਂ ਬੈਂਕ 'ਚ ਜਾਊਂਗਾ, ਠੀਕ ਹੈ, ਤਾਂ ਉਹ ਪੈਸੇ ਮੈਨੂੰ ਦੇ ਦੇਣਗੇ। ਜਾਂ ਮੈਂ ਆਪਣੇ ਕਿਸੇ ਕਜ਼ਨ ਨੂੰ ਭੇਜ ਦੇਵਾਂ ਜਾਂ ਆਪਣੇ ਰਿਸ਼ਤੇਦਾਰ ਨੂੰ ਭੇਜ ਦੇਵਾਂ ਤਾਂ ਪੈਸੇ ਉਹਨੂੰ ਵੀ ਮਿਲ ਜਾਣਗੇ, ਸੱਚ ਦੱਸਾਂ ਤਾਂ। ਬਟ ਅਗਰ ਚੈੱਕ ਉੱਪਰ 2 ਟਿਕ ਲੱਗੇ ਹੋਣ, ਸ਼ਾਇਦ ਤੁਸੀਂ ਗੌਰ ਕੀਤਾ ਹੋਵੇ, ਤਾਂ ਚੈੱਕ ਦੀ ਉਹ ਅਮਾਊਂਟ ਸਿਰਫ ਉਸ ਬੰਦੇ ਦੇ ਅਕਾਊਂਟ 'ਚ ਹੀ ਪਏਗੀ ਜਿਸ ਦਾ ਨਾਮ ਚੈੱਕ ਦੇ ਉੱਪਰ ਲਿਖਿਆ ਹੋਇਆ। ਹੋਰ ਕਿਸੇ ਨੂੰ ਪੈਸੇ ਨਹੀਂ ਦਿੱਤੇ ਜਾਣਗੇ। ਠੀਕ, ਕੁਝ ਇੱਦਾਂ ਦੀ ਹੀ ਗੱਲ ਸੀਗੀ। ਧਨੀਯੋਗ ਹੁੰਡੀ, ਜਿਹਦਾ ਵੀ ਮਤਲਬ ਜਿਹਦੇ ਕੋਲ ਵੀ ਹੈਗੀ ਆ ਹੁੰਡੀ, ਬਸ ਉਹਨੂੰ ਪੈਸੇ ਮਿਲ ਜਾਣਗੇ। ਸ਼ਾਹਯੋਗ, ਜਿਸ ਦਾ ਨਾਮ ਲਿਖਿਆ ਪਿਆ ਉਸ ਨੂੰ ਮਿਲਣਗੇ। ਫਰਮਾਨਯੋਗ, ਫਰਮਾਨ ਕਰਨ 'ਤੇ, ਆਪਾਂ ਕਹਿੰਦੇ ਹਾਂ ਵੀ ਆਰਡਰ ਕਰਨ 'ਤੇ ਪੇਏਬਲ ਹੁੰਦੀ ਸੀਗੀ, ਸਪੈਸ਼ਲੀ ਕੋਈ ਆਰਡਰ ਕੀਤਾ ਗਿਆ ਹੋਵੇ ਤਾਂ। ਦੇਖਣਹਾਰ, ਪੇਏਬਲ ਟੂ ਪ੍ਰੈਜ਼ੈਂਟਰ ਔਰ ਬੀਅਰਰ, ਸੇਮ ਟੂ ਸੇਮ ਕਾਫੀ ਹੱਦ ਤੱਕ ਧਨੀਯੋਗ ਵਰਗੀ ਹੀ ਹੈ। ਠੀਕ, ਅੱਗੇ ਮੁੱਦਤੀ ਹੁੰਡੀ ਦਾ ਵੀ ਇਹੀ ਹਾਲ ਇੱਧਰ, ਧਨੀਯੋਗ, ਫਰਮਾਨਯੋਗ ਅਤੇ ਜੋਖਮੀ। ਧਨੀਯੋਗ ਅਤੇ ਫਰਮਾਨਯੋਗ ਸੇਮ ਟੂ ਸੇਮ ਇਹਦੇ ਵਾਂਗੂ ਹੀ ਹੈ, ਬਸ ਇਹਦੇ ਵਿੱਚ ਇੱਕ ਪੁਆਇੰਟ ਐਡ ਹੁੰਦਾ ਕਿ ਫਿਕਸਡ ਪੀਰੀਅਡ ਦੇ ਬਾਅਦ ਹੀ ਪੈਸੇ ਮਿਲਣਗੇ।
ਫਿਕਸਡ ਪੀਰੀਅਡ ਬਾਅਦ 1 ਮਹੀਨਾ 2 ਮਹੀਨਾ 3 ਮਹੀਨੇ। ਜੋਖਮੀ ਹੁੰਡੀ ਜਿਵੇਂ ਇੰਸ਼ੋਰੈਂਸ ਨਹੀਂ ਸੀ ਅੱਜ ਕੱਲ੍ਹ ਹੁਣ ਇੰਸ਼ੋਰੈਂਸ ਹੁੰਦਾ ਸੇਮ ਟੂ ਸੇਮ ਉਸੇ ਤਰ੍ਹਾਂ ਦਾ ਕੰਸੈਪਟ ਸੀਗਾ ਪੁਰਾਣੇ ਟਾਈਮ ਵੀ ਕਿ ਅਗਰ ਜਿਵੇਂ ਗੁੱਡਸ ਡਿਸਪੈਚ ਹੋਈਆਂ ਨੇ ਤੇ ਅਗਰ ਉਹ ਸਮਾਨ ਰਾਹ 'ਚ ਕਿਤੇ ਖਰਾਬ ਖਰੂਬ ਹੋ ਜਾਂਦਾ ਹੈ ਤਾਂ ਉਸ ਟਾਈਮ ਇਹ ਹੁੰਡੀਜ਼ ਵੀ ਨਾਲ ਇਸ਼ੂ ਕਰਦੇ ਸੀਗੇ ਤਾਂ ਕਿ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਆ ਬਸ ਸੀਗੀਆਂ ਹੁੰਡੀਆਂ ਦਾ ਹਿਸਾਬ ਕਿਤਾਬ ਜਿਹਾ। ਅੱਗੇ ਦੇਖੋ ਛੋਟਾ ਜਿਹਾ ਟੌਪਿਕ ਆਉਂਦਾ ਰਾਈਜ਼ ਆਫ ਇੰਟਰਮੀਡੀਏਰੀਜ਼ ਦਾ। ਇਹ ਇੰਟਰਮੀਡੀਏਰੀਜ਼ ਕੌਣ ਸੀਗੇ? ਵਿਚੋਲੇ, ਜਿਹੜੇ ਕਿ ਇਕਨੋਮਿਕ ਸਿਸਟਮ ਨੂੰ ਪ੍ਰੋਪਰ ਵੇ ਨਾਲ ਬਣਾਉਣ ਦੇ ਵਿੱਚ ਬੜੀ ਇਹਨਾਂ ਨੇ ਹੈਲਪ ਕੀਤੀ। ਕੌਣ ਸੀਗੇ? ਫਸਟ, ਕਮਿਸ਼ਨ ਏਜੰਟਸ, ਬ੍ਰੋਕਰਸ, ਡਿਸਟਰੀਬਿਊਟਰਸ, ਹੋਲਸੇਲ ਵਾਲੇ ਤੇ ਰਿਟੇਲ ਟ੍ਰੇਡ ਵਾਲੇ। ਇਹਨਾਂ ਸਾਰਿਆਂ ਨੇ ਬੜੀ ਹੈਲਪ ਕੀਤੀ ਤਾਂ ਕਿ ਪ੍ਰੋਡਕਟ ਨੂੰ ਪ੍ਰੋਡਿਊਸਰ ਤੋਂ ਕੰਜ਼ਿਊਮਰ ਤੱਕ ਪਹੁੰਚਾਇਆ ਜਾ ਸਕੇ। ਸਮਝਦੇ ਹੋ ਨਾ? ਇੱਕ ਉਹ ਬੰਦਾ ਜਿਸ ਨੇ ਪ੍ਰੋਡਕਟ ਬਣਾਇਆ, ਇੱਕ ਉਹ ਬੰਦਾ ਜਿਸ ਨੇ ਪ੍ਰੋਡਕਟ ਵਰਤਣਾ ਹੈ। ਹੁਣ ਉੱਥੋਂ ਵਰਤਣ ਵਾਲੇ ਤੱਕ ਬੜੇ ਲੋਕਾਂ ਦੀ ਵਿੱਚ ਹੈਲਪ ਹੁੰਦੀ ਹੈ ਤਾਂ ਜਾ ਕੇ ਪ੍ਰੋਡਕਟ ਪ੍ਰੋਡਿਊਸਰ ਤੋਂ ਕੰਜ਼ਿਊਮਰ ਤੱਕ ਪਹੁੰਚ ਪਾਉਂਦਾ। ਆ ਸਾਰੇ ਬੰਦੇ ਉਸ ਟਾਈਮ ਜਾਗ ਗਏ ਸੀਗੇ। ਦੂਜੀ ਗੱਲ, ਜਗਤ ਸੇਠ ਆ ਗਏ ਸੀਗੇ। ਇਹਨਾਂ ਦਾ ਬੜਾ ਤਕੜਾ ਰੋਲ ਸੀਗਾ ਪੂਰਾ ਇੱਕ ਅੱਛਾ ਸਿਸਟਮ ਬਣਾਉਣ ਦੇ ਵਿੱਚ, ਜਿਨ੍ਹਾਂ ਨੇ ਲੈਂਡਿੰਗਸ ਦੇ ਵਿੱਚ ਬੜੀ ਹੈਲਪ ਕੀਤੀ। ਇਹਨਾਂ ਨੇ ਮੇਨਲੀ ਇਹਦੇ ਵਿੱਚ ਹੈਲਪ ਕੀਤੀ, ਕ੍ਰੈਡਿਟ ਟ੍ਰਾਂਜੈਕਸ਼ਨਸ ਦੇ ਵਿੱਚ ਤੇ ਲੋਨ ਦੀ ਅਵੇਲੇਬਿਲਿਟੀ ਦੇ ਵਿੱਚ। ਇਹਨਾਂ ਦੇ ਸਹਾਰੇ ਕ੍ਰੈਡਿਟ ਟ੍ਰਾਂਜੈਕਸ਼ਨਸ ਪੋਸੀਬਲ ਹੋ ਸਕੀਆਂ। ਠੀਕ ਹੈ। ਦੂਸਰੀ ਗੱਲ, ਲੋਨ ਬੜਾ ਦੇ ਦਿੰਦੇ ਸੀਗੇ ਆਰਾਮ ਨਾਲ। ਤੇ ਇਹਦੇ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ। ਦੇਸੀ ਬੈਂਕਿੰਗ ਸਿਸਟਮ ਚੱਲ ਪਿਆ ਸੀਗਾ, ਉੱਪਰੋਂ ਕਮਰਸ਼ੀਅਲ ਤੇ ਇੰਡਸਟਰੀਅਲ ਬੈਂਕ ਵੀ ਆ ਗਏ ਸੀਗੇ ਆਉਣ ਵਾਲੇ ਅੱਗੇ। ਹੋਇਆ ਇਹ ਸੀਗਾ ਕਿ ਐਸੇ ਵੀ ਬੈਂਕ ਸਪੈਸ਼ਲੀ ਖੁੱਲ੍ਹੇ ਸੀਗੇ ਹਿਸਟਰੀ ਦੇ ਵਿੱਚ ਅੱਗੇ ਜਿਨ੍ਹਾਂ ਨੇ ਸਪੈਸ਼ਲੀ ਜਿਹੜੇ ਆਪਣੇ ਬਿਜ਼ਨਸਿਸ ਸੀਗੇ ਉਹਨਾਂ ਨੂੰ ਸ਼ਾਰਟ ਟਰਮ ਤੇ ਲੌਂਗ ਟਰਮ ਲੋਨ ਪ੍ਰੋਵਾਈਡ ਕੀਤੇ, ਸਪੈਸ਼ਲੀ ਬਿਜ਼ਨਸ ਹਾਊਸਿਸ ਵਾਸਤੇ, ਤਾਂ ਕਿ ਬਿਜ਼ਨਸ ਵਧੀਆ ਤਰੀਕੇ ਨਾਲ ਚੱਲ ਪੈਣ। ਟ੍ਰੇਡਿੰਗ ਕਮਿਊਨਿਟੀਜ਼, ਗਰੁੱਪ ਜਿਹੜੇ ਬਣੇ ਹੋਏ ਸੀਗੇ ਮਸ਼ਹੂਰ ਆਪਣੇ ਆਪਣੇ ਏਰੀਆ ਦੇ ਅਕੋਰਡਿੰਗ। ਆਪਣੇ ਕੰਨੀ ਪੰਜਾਬੀ ਤੇ ਮੁਲਤਾਨੀ ਮਸ਼ਹੂਰ ਸੀਗੇ ਨਾਰਦਰਨ ਸਾਈਡ 'ਚ, ਸਦਰਨ ਸਾਈਡ 'ਤੇ ਚੇਟੀਆਰ ਸੀਗੇ ਬੜੇ ਫੇਮਸ। ਟ੍ਰੇਡਿੰਗ ਕਮਿਊਨਿਟੀਜ਼ ਸੀਗੀਆਂ ਇਹ, ਜਿਹੜੇ ਕਿ ਬੜੇ ਅੱਛੇ ਲੈਵਲ 'ਤੇ ਟ੍ਰੇਡ ਕਰਦੇ ਪਏ ਸੀਗੇ, ਬਿਜ਼ਨਸ ਬਹੁਤ ਚੰਗੇ ਲੈਵਲ 'ਤੇ ਕਰਦੇ ਪਏ ਸੀਗੇ। ਵੈਸਟਰਨ ਸਾਈਡਸ 'ਤੇ ਮਹਾਜਨ ਸੀਗੇ। ਈਸਟਰਨ ਸਾਈਡ 'ਤੇ ਬੁੱਕ 'ਚ ਵੈਸੇ ਲਿਖਿਆ ਨਹੀਂ ਆਉਂਦਾ ਕਿਤੇ ਕਿਤੇ, ਮਾਰਵਾੜੀ ਸੀਗੇ। ਠੀਕ, ਇਹ ਨਾਮ ਯਾਦ ਰੱਖ ਲਿਓ, ਬਾਕੀ ਬਹੁਤਾ ਵਿੱਚ ਪੜ੍ਹਨ ਦੀ ਲੋੜ ਨਹੀਂ ਹੈਗੀ ਜਿੱਥੇ ਤੱਕ ਮੇਰਾ ਖਿਆਲ ਹੈ। ਤੇ ਹੋਰ ਗੱਲਾਂ ਵੀ ਆਉਂਦੀਆਂ ਨੇ, ਰਾਜਸਥਾਨ ਕਰਨੀ, ਗੁਜਰਾਤ ਕਰਨੀ, ਭੱਟ, ਇਹ ਵੀ ਇੱਕ ਨਾਮ ਬੜੇ ਫੇਮਸ ਨੇ ਟ੍ਰੇਡਿੰਗ ਕਮਿਊਨਿਟੀਜ਼ ਨੂੰ ਲੈ ਕੇ। ਠੀਕ ਹੈ। ਇਸ ਤੋਂ ਇਲਾਵਾ ਨਗਰ ਸੇਠ ਤੇ ਜਗਤ ਸੇਠ, ਇਹ ਵੀ ਬੜਾ ਮਤਲਬ ਆਉਂਦਾ। ਠੀਕ ਹੈ ਜੀ, ਜਿਹੜੇ ਬੰਦੇ ਕਮਿਊਨਿਟੀਜ਼ ਦੀ ਬੜੀ ਹੈਲਪ ਕਰਦੇ ਪਏ ਸੀਗੇ ਟ੍ਰੇਡਿੰਗ ਦੇ ਕਰਨ ਦੇ ਵਿੱਚ। ਠੀਕ ਹੈ ਜੀ। ਇੱਕ ਹੋਰ ਬੜੀ ਗੱਲ ਆਉਂਦੀ ਹੈ, ਜਿਹੜੇ ਮਹਾਜਨ ਸੀਗੇ ਉਹ ਆਪਣੇ ਉਸ ਟਾਈਮ ਦੇ ਕਮਿਊਨਿਟੀਜ਼ ਦੇ ਚੀਫ ਨੂੰ ਨਗਰ ਸੇਠ ਬੋਲਦੇ ਸੀਗੇ। ਇੱਥੇ ਵਰਡ ਮਸ਼ਹੂਰ ਹੋਇਆ ਸੀ ਨਗਰ ਸੇਠ। ਉਸ ਤੋਂ ਇਲਾਵਾ ਮਾਰਕੀਟ ਦੇ ਵਿੱਚ, ਏਰੀਆ ਦੇ ਵਿੱਚ ਹਕੀਮ, ਵਕੀਲ, ਇਹ ਬੰਦੇ ਵੀ ਸੀਗੇ ਜਿਹੜੇ ਕਿ ਕੁਝ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਫੈਸ਼ਨਸ ਲੈ ਕੇ ਬੈਠੇ ਸੀ। ਖਾਲੀ ਬਿਜ਼ਨਸ ਹੀ ਨਹੀਂ ਸੀ ਹੁੰਦੇ, ਸਰਵਿਸਿਜ਼ ਵੀ ਪ੍ਰੋਵਾਈਡ ਕਰਨ ਵਾਲੇ ਬੈਠੇ ਸੀਗੇ ਉਸ ਟਾਈਮ। ਅੱਗੇ ਇੱਕ ਟੌਪਿਕ ਆਉਂਦਾ ਮਰਚੈਂਟ ਕੋਰਪੋਰੇਸ਼ਨਸ ਦਾ। ਦੇਖੋ, ਟ੍ਰੇਡਰਸ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਲਈ, ਮਤਲਬ ਲਗਾ ਲਓ ਵੀ ਟ੍ਰੇਡਰਸ ਨੂੰ ਬਚਾਉਣ ਖਾਤਰ ਕੁਝ ਲੋਕਾਂ ਨੇ ਕੋਰਪੋਰੇਸ਼ਨਸ ਬਣਾ ਲਈਆਂ ਸੀਗੀਆਂ, ਇਕੱਠੇ ਹੋ ਗਏ ਸੀਗੇ। ਜਿਵੇਂ ਕਿ ਤੁਸੀਂ ਆਪਣੇ ਏਰੀਆ 'ਚ ਵੀ ਸੁਣਿਆ ਹੋਏਗਾ, ਹਲਵਾਈ ਯੂਨੀਅਨ, ਫੋਟੋ ਸਟੇਟ ਯੂਨੀਅਨ, ਫੋਟੋਗ੍ਰਾਫਰ ਯੂਨੀਅਨ। ਅੱਜ ਕੱਲ੍ਹ ਜਿਹਦੀ ਦੁਕਾਨ 'ਤੇ ਜਾਓ ਹਰੇਕ ਬੰਦਾ ਯੂਨੀਅਨ ਨੂੰ ਨਹੀਂ ਬੈਠਾ। ਇਹ ਯੂਨੀਅਨ ਕਰਦੀਆਂ ਕੀ ਨੇ? ਇਹ ਯੂਨੀਅਨ ਇੰਨਾ ਕੁ ਧਿਆਨ ਰੱਖਦੀਆਂ ਨੇ ਕਿ ਕੋਈ ਨਜਾਇਜ਼ ਨਾ ਹੋਵੇ, ਕਿਤੇ ਟ੍ਰੇਡਰ ਨਾਲ, ਬਿਜ਼ਨਸਮੈਨ ਨਾਲ ਕਿਤੇ ਕੋਈ ਨੁਕਸਾਨ ਵਾਲੀ ਗੱਲ ਨਾ ਹੋ ਜਾਵੇ, ਤਾਂ ਯੂਨੀਅਨ ਇਕੱਠੀਆਂ ਹੋ ਕੇ ਇਨਸਾਫ ਦਿਵਾਉਂਦੀਆਂ ਨੇ। ਠੀਕ ਹੈ, ਗੜਬੜ ਹੋਣ ਤੋਂ ਰੋਕਦੀਆਂ ਨੇ। ਦੂਸਰੀ ਗੱਲ, ਉਸ ਟਾਈਮ ਜਿਹੜੀਆਂ ਇਹ ਕੋਰਪੋਰੇਸ਼ਨ ਸੀਗੀਆਂ ਬੜੇ ਚੰਗੇ ਲੈਵਲ 'ਤੇ ਬਣ ਗਈਆਂ ਸੀਗੀਆਂ। ਸੋਸਾਇਟੀ 'ਚ ਇਹਨਾਂ ਦੀ ਤਕੜੀ ਰਿਸਪੈਕਟ ਸੀਗੀ। ਹੋਰ ਤਾਂ ਹੋਰ ਇਹਨਾਂ ਨੇ ਆਪਣੇ ਰੂਲਸ ਬਣਾਏ ਸੀਗੇ, ਰੈਗੂਲੇਸ਼ਨ ਸੀਗੀਆਂ। ਹਰੇਕ ਇਹਨਾਂ ਦੇ ਮੈਂਬਰ, ਮਤਲਬ ਇਹਨਾਂ ਦੇ ਛੋਟੇ ਬਿਜ਼ਨਸਮੈਨ, ਇਹਨਾਂ ਦੇ ਰੂਲਸ ਰੈਗੂਲੇਸ਼ਨਸ ਨੂੰ ਮੰਨਦੇ ਸੀਗੇ। ਇਸ ਤੋਂ ਇਲਾਵਾ ਰਾਜੇ ਵੀ ਇਹਨਾਂ ਦੇ ਰੂਲਸ ਰੈਗੂਲੇਸ਼ਨਸ ਨੂੰ ਮੰਨਦੇ ਸੀਗੇ, ਇਹਨਾਂ ਤੋਂ ਉੱਪਰ ਦੀ ਹੋ ਕੇ ਨਹੀਂ ਚੱਲਦੇ ਸੀਗੇ। ਕਾਰਨ, ਬਿਜ਼ਨਸ ਅਗਰ ਚੰਗਾ ਡਿਵੈਲਪ ਹੋਣਗੇ ਤਾਂ ਹੀ ਰਾਜੇ ਮਹਾਰਾਜੇ ਨੂੰ ਟੈਕਸ ਮਿਲੇਗਾ।
ਅੱਜ ਕੱਲ੍ਹ ਦੇ ਟਾਈਮ ਜਦੋਂ ਆਪਾਂ ਨਹੀਂ ਬਹੁਤੇ ਬੰਦੇ ਇਹ ਰੌਲਾ ਪਾਉਂਦੇ ਨੇ ਕਿ ਪ੍ਰਧਾਨ ਮੰਤਰੀ ਹੋਰਾਂ ਦੀ ਜਾਂ ਆਪਣੇ ਸਰਕਾਰ ਦੀ ਅੰਡਾਨੀ ਨਾਲ ਅਬਾਨੀ ਨਾਲ ਚੰਗੀ ਯਾਰੀ ਦੋਸਤੀ ਹੈ, ਮਾੜੀ ਗੱਲ ਥੋੜ੍ਹਾ। ਫਿਰ ਬਿਜ਼ਨਸ ਹਾਊਸਿਸ ਦੀ ਹਮੇਸ਼ਾ ਪੋਲੀਟੀਕਲ ਲੀਡਰਸ ਨਾਲ ਚੰਗੇ ਰਿਲੇਸ਼ਨ ਹੋਣਗੇ, ਜ਼ਰੂਰੀ ਵੀ ਹੈ। ਕਿਉਂ? ਦੋਹਾਂ ਨੂੰ ਇੱਕ ਦੂਜੇ ਦਾ ਸਾਥ ਹੈ। ਸਰਕਾਰ ਇੰਨੀਆਂ ਜੋਬਸ ਕ੍ਰੀਏਟ ਨਹੀਂ ਕਰ ਸਕਦੀਆਂ ਜਿੰਨੀਆਂ ਜੋਬਸ ਇਹ ਪ੍ਰਾਈਵੇਟ ਸੈਕਟਰ 'ਚ ਦੇ ਚੁੱਕੇ ਨੇ। ਤਾਂ ਇਹਨਾਂ ਨੇ ਜਿਹੜੀ ਇਕਨੋਮੀ 'ਚ ਡਿਵੈਲਪਮੈਂਟ ਕੀਤੀ ਹੈ ਉਸ ਨੂੰ ਝੁਕਲਾਇਆ ਨਹੀਂ ਜਾ ਸਕਦਾ, ਅਤੇ ਸਰਕਾਰ ਵੀ ਕਦੇ ਵੀ ਕੋਈ ਐਸਾ ਪੁੱਠਾ ਫੈਸਲਾ ਨਹੀਂ ਲਊਗੀ ਜਿਹਦੇ ਨਾਲ ਇਹਨਾਂ ਨੂੰ ਕੋਈ ਬਹੁਤ ਵੱਡਾ ਨੁਕਸਾਨ ਹੋ ਜਾਵੇ। ਓਬਵੀਅਸਲੀ, ਠੀਕ ਹੈ ਨਾ। ਇਹ ਸਾਰੇ ਮੇਲ ਜੋਲ ਨਾਲ ਹੀ ਇਕਨੋਮਿਕ ਸਿਸਟਮ ਚੱਲ ਰਿਹਾ। ਉਸ ਟਾਈਮ ਤਾਂ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਆ ਸੇਠ ਸੀਗੇ, ਆ ਨਗਰ ਸੇਠ ਵਗੈਰਾ, ਅਤੇ ਜਿਹੜੀਆਂ ਮਰਚੈਂਟ ਕਾਰਪੋਰੇਸ਼ਨ ਸੀਗੀਆਂ, ਕਿੰਗ ਵੀ ਇਹਨਾਂ ਦੀ ਬੜੀ ਰਿਸਪੈਕਟ ਕਰਦੇ ਸੀਗੇ, ਅਤੇ ਇਹ ਆਪਣੇ ਚੀਫ ਕਿੰਗ ਕੋਲ ਸਪੈਸ਼ਲ ਭੇਜਦੇ ਸੀਗੇ। ਕਿੰਗ ਨਾਲ ਇਹਨਾਂ ਦਾ ਉੱਠਣਾ ਬੈਠਣਾ ਹੁੰਦਾ ਸੀਗਾ। ਜਿਹੜੇ ਵੀ ਕੋਈ ਸਪੋਜ਼ ਕਰੋ ਕੋਈ ਰੂਲ ਰੈਗੂਲੇਸ਼ਨਸ ਬਣਨੇ ਨੇ, ਕੁਛ ਜਿਵੇਂ ਜਿਹੜੇ ਕਿ ਪੋਲੀਟੀਕਲ ਲੀਡਰਸ ਨੇ ਬਣਾਉਣੇ ਨੇ, ਟੈਕਸ ਨੂੰ ਘਟਾਉਣਾ ਵਧਾਉਣਾ ਹੋਰ ਗੱਲਾਂ, ਇਹ ਸਾਰਾ ਕੁਛ ਮਿਲ ਬੈਠ ਕੇ ਸੋਚ ਸਮਝ ਕੇ ਹੁੰਦਾ ਸੀਗਾ। ਮਤਲਬ ਪੂਰੀ ਇੱਕ ਰਿਸਪੈਕਟ ਸੀਗੀ ਮਰਚੈਂਟ ਕਾਰਪੋਰੇਸ਼ਨਸ ਦੀ ਸੋਸਾਇਟੀ ਦੇ ਵਿੱਚ। ਮੇਜਰ ਐਕਸਪੋਰਟ ਅਤੇ ਇੰਪੋਰਟ, ਬਹੁਤ ਸਾਰਾ ਸਮਾਨ ਸੀ ਜਿਹੜਾ ਇੱਥੋਂ ਇੰਡੀਆ ਤੋਂ ਬਾਹਰ ਜਾਂਦਾ। ਉਸ ਬਹੁਤ ਸਾਰੇ 'ਚੋਂ ਮਸਾਲੇ ਸਭ ਤੋਂ ਜ਼ਿਆਦਾ ਮਸ਼ਹੂਰ ਸੀਗੇ। ਕਾਲੀ ਮਿਰਚ, ਹਾਂ ਆਈ ਥਿੰਕ ਬਲੈਕ ਪੇਪਰ, ਬਲੈਕ ਗੋਲਡ ਬੋਲਿਆ ਜਾਂਦਾ ਸੀ ਉਸ ਨੂੰ। ਕਾਲੀ ਮਿਰਚ ਨੂੰ ਕਾਲਾ ਸੋਨਾ ਕਹਿੰਦੇ ਸੀਗੇ, ਇੰਨੀ ਜ਼ਿਆਦਾ ਮਸ਼ਹੂਰ ਸੀਗੀ ਆਪਣੀ ਕਾਲੀ ਮਿਰਚ। ਕਿਆ ਬਾਤ ਹੈ। ਮਾੜੇ ਮੋਟੇ ਸੁਣ ਲਓ, ਵੈਸੇ ਤਾਂ ਬੁੱਕ 'ਚ ਬਹੁਤ ਸਾਰੇ ਲਿਖੇ ਪਏ ਨੇ ਐਕਸਪੋਰਟ ਦੇ ਵਿੱਚ। ਸਪਾਈਸਿਸ ਸੀਗੇ, ਵੀਟ ਸੀਗੇ, ਜਿਉਂਦੇ ਐਨੀਮਲਸ ਵੀ ਸੀਗੇ। ਇੰਡੀਗੋ ਇੱਕ ਨੀਲ ਵਾਂਗੂ ਹੁੰਦੀ ਹੈ ਚੀਜ਼ ਜਿਹੜੀ ਕੱਪੜਾ ਰੰਗਣ ਦੇ ਕੰਮ ਆਉਂਦੀ ਹੈ। ਪਰਲਸ, ਮੋਤੀ ਹੁੰਦੇ ਨੇ, ਸਫਾਇਰ, ਇੱਕ ਜੈਮ ਸਟੋਨਸ ਨੇ, ਸਾਰੇ ਇਹ ਪੁਖਰਾਜ ਹੁੰਦਾ ਮੈਨੂੰ ਲੱਗਦਾ ਹੈ, ਜਵੈਲਰੀ 'ਚ ਕੰਮ ਆਉਂਦਾ। ਕਾਪਰ, ਇਹ ਆਪਣੇ ਮੈਟਲਸ ਨੇ। ਬਹੁਤ ਸਾਰਾ ਕੁਛ ਪੜ੍ਹ ਕੇ ਹੋਰ ਦੱਸਾਂ। ਆਪਣਾ ਪੈਰਟਸ ਹੈ, ਐਨੀਮਲ ਪ੍ਰੋਡਕਟਸ ਨੇ, ਹਾਈਡਸ ਹੋ ਗਏ, ਸਪਿਨਸ ਹੋ ਗਏ, ਫਰ ਹੋ ਗਏ, ਹੋਰਨਸ ਹੋ ਗਏ, ਟੋਰਟੋਇਜ਼ ਆ, ਸ਼ੈਲ ਹੋ ਗਿਆ। ਕਿੰਨਾ ਕੁਛ ਸੀਗਾ ਜਿਹੜਾ ਬਾਹਰ ਜਾਂਦਾ ਸੀਗਾ, ਐਕਸਪੋਰਟ ਹੁੰਦੇ ਸੀਗੇ। ਇੰਪੋਰਟ ਵੀ ਹੁੰਦੇ ਸੀਗੇ। ਸਭ ਤੋਂ ਜ਼ਿਆਦਾ ਇੰਪੋਰਟ ਹੋਣ ਵਾਲੀ ਚੀਜ਼ ਘੋੜੇ, ਹੋਰਸਿਸ ਕਾਬੁਲ ਦੇ ਬਹੁਤ ਮਸ਼ਹੂਰ ਸੀਗੇ ਆਪਣੇ। ਅਤੇ ਗੋਲਡ ਅਤੇ ਸਿਲਵਰ, ਚਾਈਨੀਜ਼ ਸਿਲਕ, ਇਹ ਮੈਂ ਸਿਰਫ 3-4 ਚੀਜ਼ਾਂ ਲਿਖੀਆਂ ਨੇ। ਵਾਈਨ, ਇਹ ਚੀਜ਼ਾਂ ਬਹੁਤ ਜਿਹੜੀਆਂ ਜ਼ਿਆਦਾ ਫੇਮਸ ਸੀਗੀਆਂ ਅਤੇ ਬਹੁਤ ਜ਼ਿਆਦਾ ਇੰਪੋਰਟ ਹੁੰਦੀਆਂ ਸੀਗੀਆਂ। ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਸੀਗੀਆਂ। ਅੱਗੇ ਟੌਪਿਕ ਆਉਂਦਾ ਹੈ ਪੋਜੀਸ਼ਨ ਆਫ ਇੰਡੀਅਨ ਸਬ ਕੰਟੀਨੈਂਟ ਇਨ ਵਰਲਡ ਇਕੋਨਮੀ। ਆਪਣੀ ਪੋਜੀਸ਼ਨ ਫਰੋਮ ਫਸਟ AD ਟੂ 1991। ਦੇਖੋ ਜ਼ਰਾ ਸ਼ੁਰੂਆਤ ਤੋਂ, ਫਸਟ AD ਤੋਂ, ਠੀਕ ਹੈ। ਜ਼ਿਆਦਾ ਪੁਰਾਣੀ ਨਹੀਂ ਗੱਲ ਕਰ ਰਹੇ, 2000 ਸਾਲ, ਪਿਛਲੇ 2000 ਸਾਲ ਆਪਣੇ ਕਿੱਦਾਂ ਦੇ ਰਹੇ। ਪਹਿਲਾ ਪੁਆਇੰਟ, ਸਵਰਨ ਭੂਮੀ ਜਾਂ ਸਵਰਨ ਦੀਪ ਬੋਲਦੇ ਸੀਗੇ। ਮੌਜਾਂ ਸੀ, ਪੈਸਾ ਬਹੁਤ ਸੀ, ਸੋਨਾ ਬਹੁਤ ਸੀ, ਅਤੇ ਪ੍ਰੀਸ਼ੀਅਸ ਮੈਟਲਸ ਬਹੁਤ ਅੱਛੇ ਸੀਗੇ। ਲੈਂਡ ਬੜੀ ਫਰਟਾਈਲ ਸੀਗੀ, ਰਿਸੋਰਸਿਸ ਬੜੇ ਤਕੜੇ ਸੀਗੇ। ਤੁਸੀਂ ਇਹ ਕਹਿ ਲਓ ਵੀ ਸਭ ਕੁਛ ਹੀ ਬਹੁਤ ਵਧੀਆ ਸੀ। ਬਸ ਫਿਰ ਨਜ਼ਰ ਲੱਗ ਗਈ, ਕੁਛ ਆਪਣੇ ਵੀ ਹਾਲਾਤ ਮਾੜੇ ਸੀਗੇ ਕਿ ਆਪਾਂ ਸੰਭਾਲ ਨਹੀਂ ਪਾਏ। ਗੋਲਡ ਐਂਡ ਸਿਲਵਰ ਦੀ ਟ੍ਰੇਡ ਉਸ ਟਾਈਮ ਬਹੁਤ ਤਕੜੇ ਲੈਵਲ 'ਤੇ ਹੋ ਰਹੀ ਸੀਗੀ, ਅਤੇ ਇੰਡੀਆ ਤਰੱਕੀ 'ਤੇ ਸੀਗਾ ਫੁੱਲ, ਮੈਂ ਕਹਿੰਦਾ ਨਜ਼ਾਰੇ। ਪਰ ਫਿਰ ਜਦੋਂ ਲੱਗੀ ਨਜ਼ਰ, ਆਪਣੇ 'ਤੇ ਪੁਰਤਗਾਲੀਆਂ ਨੇ ਹਮਲੇ ਕੀਤੇ, ਡੱਚ ਨੇ ਹਮਲੇ ਕੀਤੇ, ਪਤਾ ਨਹੀਂ ਕਿਹਨੇ ਹਮਲੇ ਕੀਤੇ, ਮੁਗਲਾਂ ਨੇ ਹਮਲੇ ਕੀਤੇ, ਸਭ ਨੇ ਕੀਤੇ, ਬਥੇਰਿਆਂ ਨੇ ਕੀਤੇ, ਆ ਕੇ ਲੁੱਟ ਕੇ ਖਾ ਕੇ ਚਲੇ ਗਏ। ਠੀਕ, ਸਭ ਤੋਂ ਹਾਲਾਤ ਬੁਰੇ ਮਾੜੇ ਉਦੋਂ ਹੋਏ ਜਦੋਂ ਅੰਗਰੇਜ਼ ਆਏ। ਸੋਚਣ ਵਾਲੀ ਗੱਲ ਹੈ, ਧਿਆਨ ਨਾਲ ਇਸ ਗੱਲ ਨੂੰ ਸਮਝਿਓ। ਅੰਗਰੇਜ਼ਾਂ ਤੋਂ ਪਹਿਲਾਂ ਵੀ ਇੰਡੀਆ 1000 ਸਾਲ ਆਈ ਥਿੰਕ ਗੁਲਾਮ ਰਿਹਾ। ਇੰਨੀ ਗੁਲਾਮੀ ਸੋਚ ਵੀ ਨਹੀਂ ਸਕਦੇ ਤੁਸੀਂ, ਬਹੁਤ ਬੁਰੇ ਲੈਵਲ ਦਾ ਗੁਲਾਮ। ਅਤੇ ਅੰਗਰੇਜ਼ਾਂ ਨੇ ਸਿਰਫ ਆਈ ਥਿੰਕ 200 ਸਾਲ ਰਾਜ ਕੀਤਾ, ਅਪਰੋਕਸੀਮੇਟ 100, 150, 200, ਹਾਂ ਇੰਨਾ ਕੁ। ਅਤੇ ਅੰਗਰੇਜ਼ਾਂ ਨੇ ਸਿਸਟਮੈਟਿਕਲੀ ਬਰਬਾਦ ਕੀਤਾ। +2 ਦੀ ਇਕਨੋਮਿਕਸ ਦੇ ਵਿੱਚ ਇੱਕ ਉਹ ਆਊਗਾ, ਇੰਡੀਅਨ ਇਕੋਨਮੀ ਆਏਗੀ। ਉਹਦੇ ਵਿੱਚ ਪਹਿਲਾ ਚੈਪਟਰ ਢੇਰ ਲਗਾਇਆ ਪਿਆ ਇਹੀ ਗੱਲਾਂ ਨਾਲ ਕਿ ਕਿਵੇਂ ਅੰਗਰੇਜ਼ਾਂ ਨੇ ਸਿਸਟਮੈਟਿਕਲੀ ਆਪਣੀ ਇਕੋਨਮੀ ਬਰਬਾਦ ਕੀਤੀ। ਦੇਖੋ, ਪਿਛਲੇ ਜਿਹੜੇ ਹਮਲਾਵਰ ਸੀਗੇ ਜਾਂ ਜਿਹੜੇ ਰਾਜੇ ਮਹਾਰਾਜੇ ਆਪਣੇ 'ਤੇ ਰਾਜ ਕਰਕੇ ਗਏ ਨੇ, ਉਹਨਾਂ ਨੇ ਇੰਨੇ ਬੁਰੇ ਤਰੀਕੇ ਨਾਲ ਨਹੀਂ ਸੀ ਮਾਰਿਆ। ਅੰਗਰੇਜ਼ਾਂ ਨੇ ਜੜੋਂ ਖ਼ਤਮ ਕਰ ਦਿੱਤਾ। ਜੜੋਂ ਮਤਲਬ
सब तो वड्डी गल अपनी पढ़ाई खत्म की, पढ़ाउण दा सिस्टम चेंज कर दिता, सारे स्किल खत्म कर दिते, मतलब बहुत बुरे लैवल दी गल्लां कीतियां। ਉਹ ਇੰਡੀਆ ਜਿਹੜਾ ਇੰਪੋਰਟ ਐਕਸਪੋਰਟ ਦੇ ਵਿੱਚ ਬੜਾ ਤਗੜੇ ਲੈਵਲ ਦੇ ਸੀਗਾ ਤੇ ਟ੍ਰੇਡਿੰਗ ਆਪਣੀ ਹੁਣੇ ਆਪਾਂ ਦੱਸ ਕੇ ਹਟੇ ਹਾਂ, ਆਪਣੇ ਕੋਲ ਇੰਨਾ ਸੀਗਾ ਧਨ, ਪੂਰੀ ਦੁਨੀਆ ਦਾ 3rd ਤੇ 4th ਪਾਰਟ ਆਪਣੇ ਕੋਲ ਸੀਗਾ, 3rd ਔਰ 4th 30 to 35% ਆਪਣੇ ਕੋਲ ਹੁੰਦਾ ਸੀ ਲਾ ਲਓ ਸਾਹਿਬ। ਤੇ ਅੰਗਰੇਜ਼ਾਂ ਨੇ ਆਪਾਂ ਨੂੰ ਜਿਹੜਾ ਆਪਾਂ ਬੜੇ ਮਸ਼ਹੂਰ ਸੀਗੇ ਇਹ ਕਹਿਣ 'ਚ ਐਕਸਪੋਰਟ ਆਫ ਫਿਨਿਸ਼ਡ ਗੁੱਡਸ अपना सीगा, आप इस तो बन गए सीगे एक्सपोर्ट ऑफ रॉ मटीरियल। कोई टाइम सीगा जो चीज़ां बना बना के बाहर भेजते सीगे, हुण आप रॉ मटीरियल बाहर भेज रहे सीगे। तुसीं कहोगे भी रॉ मटीरियल भेजना किहड़ी माड़ी गल है, ये देखो इदां है जिवें तुसीं आलू वेच के चिप्स खरीद लो, सोच के देखो नुकसान किसदा, ठीक है ना। अगर आलू दे के चिप्स लाओगे तो की हाल होना, वो अपना इंडिया का हाल हो गया सीगा कि रॉ मटीरियल जो आप बेच रहे थे बड़ा सस्ता सीगा ते फिनिश्ड गुड्स बड़िया बड़िया चीज़ां आप बड़िया महंगियां खरीद रहे थे। इस तो बाद टॉपिक आता है इंडिया बिगैंस टू री इंडस्ट्रियलाइजेशन, मैं लिखा भी नहीं है। 1947 तक माड़ा हाल रहा, 47 जो अपना इंडिया आज़ाद होया तो उस तो बाद थोड़े जे सुधार होने शुरू हुए। किवें 51 तो बाद प्लैनिंग स्टार्ट हुई जिन्होंने 5 साल योजनावां कहते थे, 5 ईयर प्लैनिंग्स। ਉਹਦੇ ਵਿੱਚ ਆਪਾਂ ਨੇ थोड़ा ਜਿਹਾ ਦਿਮਾਗ ਜਿਹਾ ਲਾਇਆ ਵੀ ਇਕਨੋਮੀ ਨੂੰ ਸੁਧਾਰੀਏ ਕਿਵੇਂ, ਤੇ ਉਹ ਪਲੈਨਿੰਗਸ ਕਾਫੀ ਅੱਛੀ ਚੱਲੀਆਂ, ਕੁਝ ਮਾੜੀਆਂ ਵੀ ਚੱਲੀਆਂ, ਪਰ ਫਿਰ ਵੀ ਹਾਲਾਤ ਸੁਧਰੇ। ਬਹੁਤ ਸਾਰੇ ਲੋਕਾਂ ਨੂੰ ਗਰੀਬੀ ਚੋਂ ਕੱਢਿਆ ਗਿਆ, ਇੰਡਸਟਰੀਲਾਈਜੇਸ਼ਨ ਹੋਈ, ਫੈਕਟਰੀਆਂ ਲਗਾਈਆਂ ਗਈਆਂ, ਸਰਕਾਰ ਨੇ ਹਿੰਮਤ ਮਾਰੀ, ਸੱਚਾਈ ਹੈ, ਝੂਠ नहीं हैगा। अपनी इनकम GDP ग्रोथ काफ़ी वधी पुराने टाइम तो हुण तक। मैं डेटा दस के मैंने कोई इन्ना फायदा नहीं होना क्योंकि ये सारा फिर ज़्यादा डीप हो जाएगा, तो इन्ने की ज़रूरत नहीं है। बस इन्ना समझो कि 47 तो बाद तरक्की होनी शुरू होगी। ओवरऑल दसदा बस 1990 तक 1990 तक बर्बादी दिखन लग गई। 80-90 तो विच लगा लो, जो 10 क साल से ना 80 तो 90 के प्रॉपर लैवल पर नज़र आ गया कि बर्बादी शुरू हो चुकी है। बर्बादी क्यों हुई जी? 47 तो बाद अपना इकोनॉमिक सिस्टम इन्होंने रखा सी मिक्सड लैवल का। मिक्सड की होंदा है, माड़ा समझो इस गल नूं। सिस्टम 3 होंदे ने, मेनली 2 होंदे ने। एक होंदा है फ्री इकोनॉमी, एक होंदी है कंट्रोल्ड इकोनॉमी। फ्री इकोनॉमी मतलब प्राइवेटाइज्ड इकोनॉमी होंदी है कि सरकार पंगे ना लवे, लोग आप पैसा लाण, आप देखण की प्रोड्यूस करना है, की करना की नहीं करना, तो बिजनस लाण, खुली छूट, कोई रिस्ट्रिक्शन नहीं, कोई गल नहीं, कोई बात नहीं। जिवें कि अमरीका, इंग्लैंड ते होर यूरोपीयन कंट्रीज यही सिस्टम है। दूसरा हुंदा कंट्रोल्ड इकोनॉमी, भी सरकार ही फैसला लऊगी की प्रोड्यूस होऊगा, की प्रोड्यूस नहीं होऊगा, कित्थे किन्ना किद्दां विकूगा, ये सारे फैसले सरकार लऊगी। जिवें कि नॉर्थ कोरिया हुंदा सी, हले भी मिलदा ते हालात इदां ही ने माड़े मोटे। चाइना भी किसी टाइम एजी हुंदा सी, रशिया भी किते किते इदां दी हालात सीगे, पर फिलहाल हुण सुधार हो चुके। अपना सिस्टम चल पिया सी मिक्स, मतलब कि फ्री वाला भी ते दूजा भी, कंट्रोल्ड वाला भी। पर शुरुआत आप ज़्यादा की कंट्रोल्ड इकोनॉमी तो, क्योंकि उस टाइम सरकार ने सोचा भी एक पैसे खुद कित्थों ला लणगे इन्ने पैसे, तो सरकार ने यह दिमाग लाया कि साडे मुताबिक ही प्रोडक्शन होएगी, साढ़े मुताबिक ही समान बिकया करेगा, सब कुछ साढ़े मुताबिक होएगा। पर 80-90 के टाइम ते बर्बादी दिखन लग गई। क्यों? क्योंकि बथेरे डिपार्टमेंट, जो तुहानूं पता सरकारी डिपार्टमेंट दे विच फिर लोग वेले भी बैठन लग जाते कई बारी। कुछ डिपार्टमेंट अपने ऐसे सीगे जिहड़े सिर्फ जिवें हड्डा रूढ़ी हुंदी है, जिवें सिर्फ एक मुर्दा चुक्की फिरदे हुंदे ने, वो काम हो गया सीगा। लॉस मेकिंग कंपनीज बन चुकियां सीगियां, बंद कर नहीं सी रहे पर ਚੱਕੀ जा रहे ਸੀਗੇ, ਉਹਨਾਂ ਨੂੰ ਚਲਾਈ जा रहे ਸੀਗੇ, फायदा उन्होंने तो हो नहीं सी रहा। 90 आंदे आंदे 1990s तक अपने हालात माड़े हो गए सीगे, फॉरन करंसी के रिजर्व भी मुक्कन वाले होए पे सीगे। उस टाइम 1991 तो बाद कुछ एक इतिहासिक फैसले ले गए जिन्हों LPG, लिबरलाइजेशन, प्राइवेटाइजेशन, ग्लोबलाइजेशन, ये 3 वर्ड बोला जाता है। लिबरलाइजेशन होंदा है छूट देती, ठीक है, कि लाइसेंसिंग जिहड़ी पहला हुंदी सी,
ਸਰਕਾਰ ਨੇ ਲਾਇਸੈਂਸਿੰਗ ਕਰ ਰੱਖੀ ਸੀ, ਤੁਸੀਂ ਬਿਸਕੁਟਾਂ ਦੀ ਫੈਕਟਰੀ ਵੀ ਲਾਉਣੀ ਹੈ ਨਾ, ਲਾਇਸੈਂਸ ਲੈਣਾ ਪਊਗਾ। ਕੱਪੜੇ ਦੀ ਫੈਕਟਰੀ ਲਾਉਣੀ ਹੈ, ਲਾਇਸੈਂਸ ਲੈਣਾ ਪਊਗਾ। ਜੁੱਤਿਆਂ ਦੀ ਫੈਕਟਰੀ ਲਾਉਣੀ ਹੈ, ਲਾਇਸੈਂਸ ਲੈਣਾ ਪਊਗਾ। ਹਾਏ ਕਿੱਡਾ ਪੰਗਾ। ਸਰਕਾਰ ਨੇ 1991 ਤੋਂ ਬਾਅਦ ਇਹ ਸਿਆਪਾ ਮੁਕਾਤਾ ਸੀਗਾ। ਦੂਜੇ ਸੀ ਪ੍ਰਾਈਵੇਟਾਈਜੇਸ਼ਨ। ਕੁਝ ਸੈਕਟਰ ਐਸੇ ਸੀਗੇ ਜਿੱਥੇ ਪ੍ਰਾਈਵੇਟ ਸੈਕਟਰਸ ਨੂੰ ਆਉਣ ਦਾ ਮੌਕਾ ਹੀ ਨਹੀਂ ਸੀਗਾ। ਬੈਂਕ, ਜਿਵੇਂ ਕਿ ਪ੍ਰਾਈਵੇਟ ਬੈਂਕ ਤਾਂ ਖੋਲ੍ਹ ਨਹੀਂ ਸੀ ਸਕਦੇ ਤੁਸੀਂ, ਜਿਵੇਂ ਕਿ ਅੱਜ ਕੱਲ੍ਹ ਘੁੰਮਦੇ ਫਿਰਦੇ ਆਪਾਂ HDFC, ਐਕਸਿਸ ਬੈਂਕ, ਪ੍ਰਾਈਵੇਟ। ਉਸ ਟਾਈਮ ਨਹੀਂ ਸੀਗਾ। 1991 ਤੋਂ ਬਾਅਦ ਛੂਟ ਦੇਤੀ ਵੀ ਆ ਜਾਓ ਭਾਈ, ਕੋਈ ਚੱਕਰ ਵਾਲੀ ਗੱਲ ਨਹੀਂ। ਤੀਜਾ ਸੀਗਾ ਗਲੋਬਲਾਈਜੇਸ਼ਨ, LPG ਗਲੋਬਲਾਈਜੇਸ਼ਨ। ਉਹ ਕੀ ਸੀਗਾ ਕਿ ਜਿਹੜੀਆਂ ਇੰਪੋਰਟ ਐਕਸਪੋਰਟ 'ਤੇ ਰਿਸਟ੍ਰਿਕਸ਼ਨਸ ਬਹੁਤ ਲਾ ਰੱਖੀਆਂ ਸੀਗੀਆਂ, ਬਹੁਤ ਰੋਕ ਟੋਕ ਸੀਗੀ, ਅਤੇ ਉਹ ਰੋਕ ਟੋਕ ਹਟਾਈ। ਆਪਣੇ ਇਹ ਸਭ ਹੋਇਆ PV ਨਰਸਿਮਹਾ ਰਾਓ ਦੀ ਸਰਕਾਰ ਸੀਗੀ। ਪ੍ਰਧਾਨ ਮੰਤਰੀ ਉਸ ਟਾਈਮ PV ਨਰਸਿਮਹਾ ਰਾਓ ਸੀਗੇ, ਅਤੇ ਫਾਈਨਾਂਸ ਮਿਨਿਸਟਰ ਸੀਗਾ ਮਨਮੋਹਨ ਸਿੰਘ, ਡਾਕਟਰ ਮਨਮੋਹਨ ਸਿੰਘ। ਤਕੜਾ ਐਜੂਕੇਸ਼ਨਿਸਟ, ਮਤਲਬ ਤਕੜਾ ਇਕੋਨਮਿਸਟ ਸੀ, ਜਿਹਨੇ ਇੰਨਾ ਵਧੀਆ ਆਈਡੀਆ ਦੇ ਕੇ ਇੰਡੀਆ ਨੂੰ ਬੜੇ ਬੁਰੇ ਕ੍ਰਾਈਸਿਸ 'ਚੋਂ ਕੱਢਿਆ। ਉਹਨਾਂ ਵੱਲੋਂ ਮਾਰੀ ਗਈ ਹਿੰਮਤ ਕਰਕੇ ਆਪਣਾ ਇੰਡੀਆ, ਜੇ ਲਗਾ ਲਓ ਉਸ ਟਾਈਮ ਇਹ ਹਿੰਮਤ ਨਾ ਮਾਰੀ ਜਾਂਦੀ ਤਾਂ ਅੱਜ ਜਿਹੜੇ ਸ਼੍ਰੀਲੰਕਾ ਦੇ ਹਾਲ ਹੋਏ ਪਏ ਨੇ, ਸੇਮ ਟੂ ਸੇਮ ਇੰਡੀਆ ਦੇ ਵੀ ਵੈਸੇ ਹੀ ਹਾਲ ਹੁੰਦੇ ਉਹ ਟਾਈਮ 'ਤੇ। ਅਤੇ ਆਪਣਾ ਇੰਡੀਆ ਉਸ ਟਾਈਮ ਕਾਫੀ ਅੱਛੀ ਤਰੱਕੀ ਕਰਨ ਲੱਗ ਗਿਆ। 2000, 2005, 2010 ਤੱਕ ਇਹ ਸਮਝ ਲਓ ਕਿ ਮਤਲਬ ਇੱਦਾਂ ਦੇ ਹਾਲਾਤ ਹੋ ਗਏ ਸੀਗੇ, ਲੋਕਾਂ ਨੂੰ ਐਂ ਲੱਗਣ ਲੱਗ ਗਿਆ ਸੀ ਵੀ ਚੜ੍ਹਾਈਆਂ ਹੋ ਰਹੀਆਂ ਨੇ, ਸੱਚੀ ਮੁੱਚੀ ਬਹੁਤ ਜ਼ਿਆਦਾ ਚੜ੍ਹਾਈਆਂ ਹੋ ਰਹੀਆਂ ਨੇ। ਇਹ ਦਿਮਾਗ 'ਚ ਆਉਣ ਲੱਗ ਗਿਆ ਸੀਗਾ, ਇੱਦਾਂ ਦੇ ਹਾਲਾਤ ਬਣ ਗਏ ਸੀਗੇ। ਠੀਕ ਜੀ। ਅਤੇ ਬਸ ਹੁਣ ਤੁਹਾਨੂੰ ਆਉਣ ਵਾਲੇ ਟਾਈਮ ਦੇ ਤਾਂ ਹਾਲਾਤ ਪਤਾ ਹੀ ਨੇ। ਇਹ ਸਾਰੀ ਸੀਗੀ ਹਿਸਟਰੀ। ਤੁਸੀਂ ਇੱਕ ਮਿੰਟ ਇਹ ਦੇਖਿਆ ਕਿ ਕਿਵੇਂ ਅਪਸ ਐਂਡ ਡਾਊਨਸ ਦੇਖੇ ਨੇ ਆਪਣੇ ਇੰਡੀਆ ਨੇ। ਕੋਈ ਟਾਈਮ ਸੀਗਾ ਜਦੋਂ ਸਵਰਨ ਭੂਮੀ ਸੀਗੀ, ਅਤੇ ਅੱਜ ਕੱਲ੍ਹ ਆਪਾਂ ਸਵਰਨ ਭੂਮੀ ਛੱਡ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ। ਚਲੋ ਦੇਖਦੇ ਹਾਂ ਆਉਣ ਵਾਲੇ ਟਾਈਮ ਕੀ ਬਣੇਗਾ। ਫਿਲਹਾਲ ਸਾਡੀ ਇਸ ਵੀਡੀਓ ਵਿੱਚ ਇੰਨਾ ਕੁ ਹੀ। ਮਿਲਦੇ ਹਾਂ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ। ਚੰਗਾ ਜੀ, ਸਤਿ ਸ਼੍ਰੀ ਅਕਾਲ।